सतनाम श्री वाहेगुरु जी। श्री राग महला पहला घर तीजा। एहो तन धरती बीज कर्मा करो, सलल आपाओ सारंग पानी। मन किरसान हर हृदय जमाए लै, इउं पावस पद निर्वाणी। एहो तन धरती बीज कर्मा करो, सलल आपाओ सारंग पानी। मन किरसान हर हृदय जमाए लै, इउं पावस पद निर्वाणी। काहे गर्वस मूड़े माया, पित सुतो सगल काल तर माता। तेरे होए न अंत सखाया, रहाओ बिखै विकार दुष्ट किरखा करे। इन तज आत्मै होए त्याई, जप तप संजम होए जब राखे। कमल बिगसै मद आसरमाई, वीस सप्ताहरो बासरो संग्रह। तीन खोड़ा नित काल सार, 10 18 मैं अपरंपरो चीनै। कह नानक इव एक तारै, 20 सप्ताहरो वासरो संग्रह। तीन खोड़ा नित काल सार, 10 18 मैं अपरंपरो चीनै। कह नानक इव एक तारै। एहो तन धरती बीज कर्मा करो, सलल आपाओ सारंग पानी। वाहिगुरु जी का खालसा, वाहिगुरु जी की फतेह। परम सन्मान योग सतगुरु महाराज दी साजी नवाजी होई। गुरु खालसा सत संगत जीओ, सतगुरु ने अपार बख्शिश कीती। आप संगतां सतगुरु दे पावन पवित्र सोहणे दरबार दियां हाजरियां भर रहे हो। संध्या समय दी पवित्र बाणी सोदार रहरा साहिब जी दे पाठ तो उपरंत कीर्तन नरमोलक हीरा, आनंद गुणी गहीरा। तुरकी बाणी दा मनोहर कीर्तन भी आप संगतां ने सरवण कीता है। हुण आप संगतां सतगुरु दी पावन अमृत रूप बाणी दी कथा विचार सरवण कर रहे हो। पंचम पातशाह धन गुरु अर्जन देव महाराज दे बचन हन, सब ते उत्तम हर की कथा। नाम सुनत दर्द दुख लथा, सारे साधना दे नालों गुरबाणी दी कथा उत्तम है। क्यों गुरबाणी दी विचार करके, गुरबाणी दी कथा सुन के सानू इस गल दा पता लगता है गुरबाणी किन्ना वड्डा खजाना है ते किन्ना वडमुला भी। जी असी गुरबाणी दी विचार ना करिए, गुरबाणी दी कथा नू ना सरवण करिए, ते सानू किवें पता लग सकता है रत्ना रतन पदार्थ
ਬਹੁ ਸਾਗਰ ਭਰਿਆ RAM, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ RAM। ਇਹ ਗੁਰਬਾਣੀ ਇੱਕ ਰਤਨਾਂ ਦਾ ਸਮੁੰਦਰ ਹੈ, ਪਰ ਯਾਦ ਰੱਖੋ ਸਮੁੰਦਰ ਦੇ ਵਿੱਚ ਵੀ ਰਤਨ ਮੰਨੇ ਹਨ, ਪਰ ਉਹਨਾਂ ਨੂੰ ਹਰ ਕੋਈ ਨਹੀਂ ਪ੍ਰਾਪਤ ਕਰ ਸਕਦਾ। ਉਹਨਾਂ ਰਤਨਾਂ ਨੂੰ ਪ੍ਰਾਪਤ ਕਰਨ ਵਾਸਤੇ ਮਰ ਜੀਵੜੇ ਬਣਨਾ ਪੈਂਦਾ ਹੈ, ਜਾਂ ਹੰਸ ਬਣ ਕੇ ਉਹਨਾਂ ਰਤਨਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ, ਗੁਰਸਿੱਖ ਵਿਦਵਾਨ ਮਹਾਂਪੁਰਖ, ਜੋ ਇਸ ਗੁਰਬਾਣੀ ਦੇ ਸਾਗਰ ਵਿੱਚੋਂ ਮਰ ਜੀਵੜੇ ਹੋ ਕੇ ਤੇ ਹੰਸ ਬਣ ਕੇ ਹੀਰੇ ਮੋਤੀਆਂ ਦਾ ਚੋਗ ਆਪ ਗ੍ਰਹਿਣ ਕਰਦੇ ਹਨ, ਤੇ ਫਿਰ ਨਾਲ ਦੂਸਰਿਆਂ ਨੂੰ ਵੀ ਹੀਰੇ ਮੋਤੀਆਂ ਦਾ ਚੋਗ ਪਾਉਂਦੇ ਹਨ। ਇਹ ਇੱਕ ਬਹੁਤ ਹੀ ਪਰਉਪਕਾਰ ਦਾ ਕੰਮ ਹੈ। ਸਰਵਰ ਹੰਸ ਤੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਸ਼ਬਦ ਵਿਚਲੇ ਭਾਵਾਂ ਤੋਂ ਪਤਾ ਲੱਗਦਾ ਹੈ ਇਹ ਸ਼ਬਦ ਕਿਸੇ ਵਿਸ਼ੇਸ਼ ਵਿਅਕਤੀ ਦੇ ਪਰਥਾਂ ਉਚਾਰਨ ਕੀਤਾ ਹੈ, ਔਰ ਉਹ ਜੋ ਵਿਅਕਤੀ ਹੈ ਹਿੰਦੂ ਧਰਮ ਦੇ ਨਾਲ ਸੰਬੰਧਿਤ ਵੀ ਹੈ, ਕਿਉਂਕਿ ਇਸੇ ਸ਼ਬਦ ਦੇ ਅੰਦਰ ਅਖੀਰ ਦੇ ਉੱਤੇ ਗੁਰੂ ਮਹਾਰਾਜ ਨੇ ਇਹ ਪੰਕਤੀਆਂ ਲਿਖੀਆਂ ਹਨ। 20 ਸਪਤਾਹਰੋ, ਇਹਨੂੰ ਸਪਤਾਹਰੋ ਪਾਠ ਨਹੀਂ ਕਰਨਾ, 20 ਸਪਤਾਹਰੋ ਬਾਸਰੋ ਸੰਗ੍ਰਹਿ, 3 ਖੋੜਾ ਨਿਤਕਾਲ ਸਾਰੈ, 10 18 ਅਪਰੰਪਰੋ ਚੀਨੈ, ਕਹਿ ਨਾਨਕ ਲਿਵ ਏਕ ਤਾਰੈ। 20 ਸਪਤਾਹਰੋ ਇਹਦਾ ਅਰਥ ਹੈ 20 ਤੇ 7 27 ਦਿਨ ਹੁੰਦੇ ਨੇ। ਜਿਹੜਾ ਚੰਦਰਾਇਣੀ ਮਹੀਨਾ ਹੁੰਦਾ, ਜਿਹੜਾ ਸੂਰਜੀ ਮਹੀਨਾ ਹੁੰਦਾ, ਉਹਦੇ ਦਿਨ ਤਾਂ ਵੱਧਦੇ ਘਟਦੇ ਰਹਿੰਦੇ ਨੇ, ਪਰ ਜਿਹੜਾ ਚੰਦਰਾਇਣੀ ਮਹੀਨਾ ਹੈ ਥਿੱਤਾਂ ਵਾਰਾਂ ਦੇ ਹਿਸਾਬ ਦੇ ਨਾਲ ਜੋ ਮਹੀਨਾ ਚੱਲਦਾ ਹੈ, ਉਹਦੇ 27 ਦਿਨ ਮੰਨੇ ਨੇ। ਤੇ ਤੁਸੀਂ ਹਿੰਦੂ ਮਤ ਦੇ ਜਿਹੜੇ ਪੰਡਤ ਨੇ ਉਹਨਾਂ ਦੇ ਪਾਸੋਂ ਜਾ ਕੇ ਪੁੱਛੋ, ਉਹਨਾਂ ਨੇ 27 ਹੀ ਨਛੱਤਰ ਮੰਨੇ ਹਨ। ਜਿਹੜਾ ਚੰਦਰਮਾ ਹੈ 27 ਦਿਨਾਂ ਦੇ ਅੰਦਰ ਵੱਖੋ ਵੱਖਰੇ ਨਛੱਤਰਾਂ ਵਿੱਚੋਂ ਦੀ ਲੰਘਦਾ ਹੈ, ਤੇ ਫਿਰ ਉਹਨਾਂ ਲੋਕਾਂ ਨੇ ਉਸ ਦਿਨ ਦੇ ਲਈ ਕੋਈ ਖਾਸ ਪੁੰਨ ਦਾਨ ਕਰਨ ਦੇ ਵੀ ਸੰਕੇਤ ਦਿੱਤੇ ਹਨ। ਤੇ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਸ਼ਾਸਤਰੀ ਵਿਧਾਨ ਦੇ ਅਨੁਸਾਰ ਕੋਈ ਪੂਜਾ ਪਾਠ ਪੁੰਨ ਦਾਨ ਕਰਦਾ ਹੈ, ਉਹਦਾ ਵਿਸ਼ੇਸ਼ ਫਲ ਵੀ ਉਹਨਾਂ ਨੇ ਦਰਸਾਇਆ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੇ ਸ਼ਬਦ ਵਰਤੇ ਨੇ, 20 ਸਪਤਾਹਰੋ ਬਾਸਰੋ ਸੰਗ੍ਰਹਿ, ਜਿਹੜੇ ਚੰਦਰਾਇਣੀ ਮਹੀਨੇ ਦੇ 27 ਦਿਨ ਮੰਨੇ ਹਨ, ਔਰ ਉਹਨਾਂ 27 ਦਿਨਾਂ ਦੇ ਅੰਦਰ ਤੇ ਜਿਹੜੇ ਬਾਕੀ ਬਾਸਰੋ ਹੋਰ ਦਿਨ ਨੇ, ਉਹਨਾਂ ਦੇ ਵਿੱਚ ਸੰਗ੍ਰਹਿ, ਜਿਹੜਾ ਭਾਈ ਸ਼ੁਭ ਕਰਮ ਕਰਕੇ ਚੰਗੇ ਗੁਣਾਂ ਨੂੰ ਗ੍ਰਹਿਣ ਕਰਦਾ ਹੈ, 3 ਖੋੜਾ ਨਿਤਕਾਲ ਸਾਰੈ, ਤੇ 3 ਖੋੜਾ ਦਾ ਅਰਥ ਹੈ 3 ਸਮੇਂ ਸੰਧਿਆ ਵੀ ਕਰਦਾ, ਕਿਉਂਕਿ ਇਹ ਵੀ ਹਿੰਦੂ ਧਰਮ ਦਾ ਇੱਕ ਅਸੂਲ ਹੈ ਵੀ ਜਿਹੜਾ ਪੱਕਾ ਹਿੰਦੂ ਹੈ ਉਹ 3 ਸੰਧਿਆ ਵੀ ਕਰਦਾ। 3 ਸੰਧਿਆ ਨੇ, ਇੱਕ ਤਾਂ ਸੂਰਜ ਦੇ ਪਉ ਫਟਾਲੇ ਸਮੇਂ ਕੋਈ ਪੂਜਾ ਪਾਠ ਕਰਨੀ, ਤੇ ਫਿਰ ਜਦੋਂ ਸੂਰਜ ਢਲਦਾ ਹੈ ਉਹ ਦੂਸਰੀ ਸੰਧਿਆ ਦਾ ਸਮਾਂ ਮੰਨਿਆ ਹੈ, ਤੇ ਤੀਸਰਾ ਜਦੋਂ ਸੂਰਜ ਛਿਪਦਾ ਹੈ ਉਸ ਵੇਲੇ ਕੁਝ ਨਾ ਕੁਝ ਪੂਜਾ ਪਾਠ ਕਰਨੀ।
ਨੀਅਤ ਕੀਤੀ ਗਈ ਹੈ। ਹਜ਼ੂਰ ਉਸ ਵਿਅਕਤੀ ਜੋ ਇਹ ਸਾਰਾ ਕੁਝ ਕਰ ਰਿਹਾ ਹੈ ਉਹਨੂੰ ਇਹ ਉਪਦੇਸ਼ ਦੇ ਰਹੇ ਹਨ, 20 ਸਪਤਾਹ ਹਰੋ ਬਾਸਰੋ ਸੰਗ੍ਰਹਿ, 3 ਖੋੜਾ ਨਿਤਕਾਲ ਸਰੈ। ਵੀ ਉਹ 3 ਪ੍ਰਕਾਰ ਦੀ ਸੰਧਿਆ ਵੀ ਕਰਦਾ ਹੈ ਤੇ ਨਿਤਕਾਲ ਸਰੈ, ਤੇ ਹਮੇਸ਼ਾ ਹੋਰ ਸਮੇਂ ਦੇ ਵਿੱਚ ਵੀ ਜਿਹੜੇ ਹਿੰਦੂ ਧਰਮ ਦੇ ਕੁਝ ਅਸੂਲ ਨੇ, ਧਰਮ ਕਰਮ ਨੇ, ਉਹਨਾਂ ਦੀ ਸੰਭਾਲ ਕਰਦਾ ਹੈ। 10 18ਵੇਂ ਅਪਰੰਪਰੋ ਚੀਨੈ। 10 ਕਿਹੜੀਆਂ ਚੀਜ਼ਾਂ ਨੇ? 4 ਵੇਦ ਨੇ ਤੇ 6 ਸ਼ਾਸਤਰ ਨੇ। ਇਹ ਜਿਹੜੇ 10 ਨੇ, ਇਹਨਾਂ 10 ਦੇ ਵਿੱਚ ਵੀ ਤੇ 18ਵੇਂ 18 ਪੁਰਾਣ ਮੰਨੇ ਨੇ, ਉਹਨਾਂ 18 ਪੁਰਾਣਾਂ ਦੇ ਅੰਦਰ ਵੀ ਅਪਰੰਪਰੋ ਚੀਨੈ। ਅਪਰੰਪਰੋ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਜਿਹੜਾ 4 ਵੇਦ ਖਟ ਸ਼ਾਸਤਰ 18 ਪੁਰਾਣਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪਛਾਣ ਕਰਦਾ ਹੈ, ਉਹਦੀ ਸ਼ਨਾਖਤ ਕਰਦਾ ਹੈ। ਕਹਿ ਨਾਨਕ ਇਵ ਏਕ ਧਾਰੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜਿਹੜਾ ਉਸ ਇੱਕ ਦੇ ਨਾਲ ਜੁੜਦਾ ਹੈ। ਕਹਿ ਨਾਨਕ ਲਿਵ ਏਕ ਧਾਰੈ, ਜਿਹੜਾ ਇੱਕ ਦੇ ਨਾਲ ਜੁੜਦਾ ਹੈ ਤੇ ਉਹਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਈ ਭਵ ਸਾਗਰ ਤੋਂ ਪਾਰ ਕਰ ਦਿੰਦੇ। ਹੁਣ ਇਹ ਜਿਹੜਾ ਵਿਅਕਤੀ ਹੈ ਇਹ ਇੱਕ ਬਹੁਤ ਵੱਡਾ ਜ਼ਿਮੀਂਦਾਰ ਵੀ ਹੈ ਤੇ ਸਰਮਾਏਦਾਰ ਵੀ ਹੈ। ਇਹਦੇ ਕੋਲੇ ਮਾਇਆ ਵੀ ਬੇਅੰਤ ਹੈ ਤੇ ਕੁਦਰਤੀ ਗੱਲ ਹੈ, ਜਿਸ ਦੇ ਕੋਲੇ ਬਹੁਤੀ ਮਾਇਆ ਆ ਜਾਂਦੀ ਹੈ ਫਿਰ ਉਹਦੇ ਮਨ ਦੇ ਵਿੱਚ ਹੰਕਾਰ ਵੀ ਪੈਦਾ ਹੁੰਦਾ ਹੈ, ਕਿਉਂਕਿ ਮਾਇਆ ਹੰਕਾਰ ਵੀ ਪੈਦਾ ਕਰਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ, ਹੋ ਸਕਦਾ ਹੈ ਕੋਈ ਧਰਮੀ ਪੰਡਤ ਜਿਹੜਾ ਧਰਮ ਦੇ ਅਸੂਲਾਂ ਦੀ ਪਾਲਣਾ ਵੀ ਕਰਦਾ ਹੈ ਤੇ ਨਾਲ ਮਾਇਆ ਦੇ ਹੰਕਾਰ ਦੇ ਵਿੱਚ ਵੀ ਫਸਿਆ ਹੋਇਆ ਹੈ, ਆਪਣੇ ਪੁੱਤਰ ਤੇ ਹੋਰ ਪਰਿਵਾਰ ਦੇ ਮੋਹ ਦੇ ਵਿੱਚ ਘਿਰਿਆ ਹੋਇਆ ਹੈ, ਉਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦੁਆਰਾ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ, ਕਾਹੇ ਗਰਬਸ ਮੂੜੇ ਮਾਇਆ। ਹੁਣ ਉਹ ਸਹੀ ਰਾਹ ਛੱਡ ਕੇ ਦੂਸਰੇ ਪਾਸੇ ਤੁਰਿਆ ਹੋਇਆ ਸੀ, ਉਸ ਨੂੰ ਮੂੜੇ ਸ਼ਬਦ ਦੁਆਰਾ, ਮੂੜੇ ਦਾ ਅਰਥ ਹੈ ਮੂਰਖ, ਨਾ ਸਮਝ, ਬੇਵਕੂਫ, ਹਜ਼ੂਰ ਉਸ ਨੂੰ ਮੂੜੇ ਸ਼ਬਦ ਦੁਆਰਾ ਸੰਬੋਧਨ ਕਰਦੇ ਨੇ, ਕਾਹੇ ਗਰਬਸ ਮੂੜੇ ਮਾਇਆ। ਓਏ ਮੂਰਖਾ, ਜੇ ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਮਾਇਆ ਦੇ ਵੀ ਦਿੱਤੀ ਹੈ ਤੇ ਤੂੰ ਹੰਕਾਰ ਕਿਉਂ ਕਰਦਾ? ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਧੰਨਵਾਦ ਕਰ, ਹੰਕਾਰ ਕਿਉਂ ਕਰਦਾ? ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਤਾਂ ਸਾਨੂੰ ਸਭ ਦਾਤਾਂ ਬਖਸ਼ੀਆਂ ਨੇ। ਇੱਕ ਗੱਲ ਸਾਨੂੰ ਇਹ ਵੀ ਯਾਦ ਰੱਖਣੀ ਚਾਹੀਦੀ ਹੈ, ਜੋ ਕੁਝ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ ਨਾ, ਔਰ ਉਹਦਾ ਕੋਈ ਉਸਨੇ ਇਵਜ਼ਾਨਾ ਨਹੀਂ ਲਿਆ, ਕੋਈ ਕੀਮਤ ਨਹੀਂ ਵਸੂਲੀ, ਕੋਈ ਉਸਨੇ ਮੁੱਲ ਨਹੀਂ ਲਿਆ। ਤੁਸੀਂ ਖਿਆਲ ਕਰਕੇ ਦੇਖੋ, ਚਾਹੇ ਉਹ ਸਰੀਰ ਹੈ, ਚਾਹੇ ਕੋਈ ਪਦਾਰਥ ਹੈ, ਚਾਹੇ ਧਨ ਹੈ, ਚਾਹੇ ਕੋਈ ਹੋਰ ਜ਼ਮੀਨ ਜਾਇਦਾਦ ਹੈ, ਕੁਝ ਵੀ ਹੈ, ਮਨੁੱਖ ਤਾਂ ਮਨੁੱਖ ਦੇ ਕੋਲੋਂ ਕੁਝ ਲੈਂਦਾ ਹੈ, ਪਰ ਵਾਹਿਗੁਰੂ ਕਿਸੇ ਤੋਂ ਕੁਝ ਨਹੀਂ ਲੈਂਦਾ। ਉਹ ਸਭ ਨੂੰ ਉਸਨੇ ਜੋ ਵੀ ਕੁਛ ਦਿੱਤਾ ਹੈ ਫ੍ਰੀ ਦਿੱਤਾ ਹੈ। ਧਰਤੀ ਹੈ ਤੇ ਚਾਹੇ ਹਵਾ ਹੈ, ਪਾਣੀ ਹੈ, ਮਨੁੱਖ ਨੇ ਤਾਂ ਇਹਨਾਂ ਦੀ ਕੀਮਤ ਵਸੂਲੀ ਹੈ ਤੇ ਵਸੂਲ ਰਿਹਾ ਹੈ, ਪਰ ਵਾਹਿਗੁਰੂ ਨੇ ਕੁਝ ਨਹੀਂ ਲਿਆ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਸਮਝਾਉਂਦੇ ਹਨ, ਬਈ ਮੂਰਖਾ, ਤੂੰ ਮਾਇਆ ਦਾ ਹੰਕਾਰ ਕਿਉਂ ਕਰਦਾ ਹੈ? ਇਹ ਮਾਇਆ ਤੇ ਵਾਹਿਗੁਰੂ ਪਰਮੇਸ਼ਰ ਦੀ ਬਖਸ਼ੀ ਹੋਈ ਦਾਤ ਹੈ। ਤੈਨੂੰ ਚਾਹੀਦਾ ਹੈ, ਜਿਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਦਾਤ ਦਿੱਤੀ ਹੈ ਤੇ ਤੇਰੇ ਕੋਲੋਂ ਇਵਜ਼ਾਨਾ ਵੀ ਕੁਝ ਨਹੀਂ ਲਿਆ, ਤੇ ਫਿਰ ਤੈਨੂੰ ਕਮ ਸੇ ਕਮ ਜੇ ਤੂੰ ਇਵਜ਼ਾਨਾ ਨਹੀਂ ਦੇ ਸਕਦਾ ਤੇ ਉਹਦਾ ਸ਼ੁਕਰਾਨਾ ਤੇ ਕਰ। ਪਰ ਅਸੀਂ ਤੇ ਇੰਨੇ ਅਹਿਸਾਨ ਫਰੋਸ਼ ਬਣ ਗਏ ਹਾਂ, ਐਸੇ ਅਕਿਰਤ ਕਣ ਬਣ ਗਏ ਹਾਂ,
ਅਸੀਂ ਵਾਹਿਗੁਰੂ ਪਰਮੇਸ਼ਰ ਦੀ ਦਾਤ ਪ੍ਰਾਪਤ ਕਰਕੇ ਉਹਦਾ ਸ਼ੁਕਰਾਨਾ ਵੀ ਨਹੀਂ ਕਰਦੇ। ਸਾਡੀ ਹਾਲਤ ਇਹ ਬਣੀ ਹੋਈ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਸਾਨੂੰ ਵਾਹਿਗੁਰੂ ਦੀ ਦਾਤ ਪਿਆਰੀ ਲੱਗਣ ਲੱਗ ਗਈ ਹੈ ਤੇ ਦਾਤਾ ਸਾਨੂੰ ਭੁੱਲ ਗਿਆ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਵੀ ਸੱਚ ਹੀ ਢੁਕਦੀ ਹੈ ਕਿ ਤੇ ਲੈ ਲੈ ਮੁੱਕਰ ਪਾਹੇ। ਕਿਤਨੇ ਇਹੋ ਜਿਹੇ ਵੀ ਜੀਵ ਨੇ ਜਿਹੜੇ ਲੈ ਲੈ ਕੇ ਮੁਨਕਰ ਹੀ ਹੋ ਜਾਂਦੇ ਨੇ। ਕਹਿੰਦੇ ਸਾਨੂੰ ਰੱਬ ਨੇ ਦਿੱਤਾ ਕੀ ਹੈ, ਹਾਲਾਂਕਿ ਦਿੱਤਾ ਸਭ ਕੁਝ ਹੀ ਉਸ ਨੇ ਹੈ, ਪਰ ਅਸੀਂ ਅਕਰਤ ਕਣ ਹਾਂ। ਕਹਿੰਦੇ ਸਾਨੂੰ ਰੱਬ ਨੇ ਦਿੱਤਾ ਹੀ ਕੀ ਹੈ। ਉਹ ਜਿਵੇਂ ਇੱਕ ਕੋਈ ਮੂਰਖ ਬੰਦਾ ਅਕਾਲ ਪੁਰਖ ਵਾਹਿਗੁਰੂ ਤੇ ਗਿਲੇ ਸ਼ਿਕਵੇ ਕਰ ਰਿਹਾ ਸੀ, ਮੈਨੂੰ ਰੱਬ ਨੇ ਦਿੱਤਾ ਕੀ ਹੈ। ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਸਮਝਾਇਆ ਸੀ। ਕਹਿਣ ਲੱਗੇ, ਵੇਖ, ਜੋ ਵੀ ਤੇਰੇ ਕੋਲੇ ਕੋਈ ਵਸਤੂ ਹੈ, ਸਰੀਰ ਹੈ, ਅੰਗ ਪ੍ਰਤੰਗ ਨੇ, ਸਭ ਕੁਝ ਵਾਹਿਗੁਰੂ ਦੀ ਦਾਤ ਹੀ ਹੈ ਨਾ। ਜੇ ਤੂੰ ਆਖੇ ਮੈਨੂੰ ਵਾਹਿਗੁਰੂ ਨੇ ਕੁਛ ਦਿੱਤਾ ਹੀ ਨਹੀਂ, ਕਿਸੇ ਕਵੀ ਨੇ ਲਿਖਿਆ ਹੈ, ਸਭ ਕੁਛ ਗੋਬਿੰਦ ਨੇ ਦਿਆ ਜਬ ਦੀਨੀ ਮਾਨੁਖ ਦੇਹ। ਜਦੋਂ ਤੈਨੂੰ ਮਨੁੱਖਾ ਦੇਹ ਹੀ ਬਖਸ਼ਿਸ਼ ਕਰ ਦਿੱਤੀ, ਤੈਨੂੰ ਸਰਦਾਰੀ ਦੇ ਦਿੱਤੀ, ਤੇਰੇ ਪਾਸ ਉਸਨੇ ਲੁਕਾ ਕੀ ਲਿਆ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। 84 ਲੱਖ ਜੂਨਾਂ ਦੇ ਵਿੱਚੋਂ ਤੇ ਮਨੁੱਖ ਦੇਹੀ ਹੀ, ਮਨੁੱਖਾ ਜਨਮ ਹੀ ਸਭ ਤੋਂ ਉੱਤਮ ਹੈ। ਜੀ ਹੁਣ ਵਾਹਿਗੁਰੂ ਨੇ ਤੈਨੂੰ ਮਨੁੱਖਾ ਜਨਮ ਹੀਰੇ ਵਰਗਾ ਬਖਸ਼ਿਸ਼ ਕਰ ਦਿੱਤਾ, ਹੀਰੇ ਜੈਸਾ ਜਨਮ ਹੈ, ਤੂੰ ਕਹਿੰਦਾ ਮੈਨੂੰ ਰੱਬ ਨੇ ਦਿੱਤਾ ਹੀ ਕੁਝ ਨਹੀਂ। ਕਿੱਡੀ ਵੱਡੀ ਅਕਿਰਤ ਘਣਤਾ ਹੈ। ਮਨੁੱਖ ਆਪਣੀ ਮਿਹਨਤ ਕਰਕੇ ਕੀ ਨਹੀਂ ਲੈ ਸਕਦਾ, ਕੀ ਨਹੀਂ ਬਣਾ ਸਕਦਾ ਤੇ ਕੀ ਨਹੀਂ ਬਣ ਸਕਦਾ। ਇਸ ਲਈ ਜਦੋਂ ਮਨੁੱਖਾ ਦੇਹ ਹੀ ਪ੍ਰਾਪਤ ਹੋ ਗਈ ਤੇ ਇਸ ਦੁਆਰਾ ਮਨੁੱਖ ਕੁਝ ਵੀ ਬਣ ਸਕਦਾ ਹੈ। ਹੁਣ ਆ ਦੇਖ ਲਓ, ਦੁਨੀਆ ਦੇ ਵਿੱਚ ਕਈ ਆਦਮੀ, ਹੁਣ ਵਿਰਲੇ ਟਾਟੇ ਵਰਗੇ ਨੇ, ਉਹ ਕਿੰਨੇ ਅਮੀਰ ਬਣ ਗਏ, ਅਤੇ ਕਈ ਵੱਡੇ ਵੱਡੇ ਕੋਈ ਫਲਾਸਫਰ ਨੇ, ਕੋਈ ਵਿਗਿਆਨਕ ਨੇ, ਕੋਈ ਦਰਸ਼ਕ ਨੇ, ਕੋਈ ਕੁਝ ਨੇ, ਕੋਈ ਕੁਝ ਨੇ। ਇਹ ਮਨੁੱਖ ਦੀ ਹੀ ਸਰਦਾਰੀ ਹੈ ਨਾ। ਤੇ ਫਿਰ ਵੇਖ ਲਓ, ਭਗਤੀ ਕਰਕੇ ਜਿਹੜੇ ਮਹਾਂਪੁਰਖ ਨੇ, ਉਹ ਪਰਮੇਸ਼ਰ ਦੇ ਵਿੱਚ ਵੀ ਅਭੇਦ ਹੋ ਜਾਂਦੇ ਨੇ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਇਹ ਸਾਰੀਆਂ ਗੱਲਾਂ ਮਨੁੱਖਾ ਦੇਹ ਦੇ ਵਿੱਚ ਹੀ ਪ੍ਰਾਪਤ ਹੁੰਦੀਆਂ ਨੇ ਨਾ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ, ਵਾਹਿਗੁਰੂ ਨੇ ਜਦੋਂ ਤੈਨੂੰ ਦੇਹ ਹੀ ਬਖਸ਼ਿਸ਼ ਕਰ ਦਿੱਤੀ, ਇਹ ਹੀਰੇ ਵਰਗਾ ਮੋਲਕ ਜਨਮ ਹੀ ਦੇ ਦਿੱਤਾ, ਤੇ ਤੇਰੇ ਪਾਸੋਂ ਨੇ ਲੁਕਾ ਕੇ ਕੀ ਰੱਖਿਆ। ਤੂੰ ਕੁਝ ਵੀ ਕਰ ਸਕਦਾ ਹੈ। ਤੈਨੂੰ ਹੱਥ ਦਿੱਤੇ ਨੇ, ਅੰਗ ਪ੍ਰਤੰਗ ਦਿੱਤੇ ਨੇ, ਤੈਨੂੰ ਜ਼ੁਬਾਨ ਦਿੱਤੀ ਹੈ, ਤੈਨੂੰ ਦਿਮਾਗ ਦਿੱਤਾ ਹੈ, ਤੈਨੂੰ ਅਕਲ ਦਿੱਤੀ ਹੈ, ਸਭ ਕੁਝ ਕਰ ਸਕਦੇ। ਪਰ ਅਸੀਂ ਕਹਿੰਦੇ ਸਾਨੂੰ ਰੱਬ ਨੇ ਦਿੱਤਾ ਕੀ ਹੈ। ਇਹ ਸਭ ਵਾਹਿਗੁਰੂ ਦੀਆਂ ਦਾਤਾਂ ਨੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵਿਅਕਤੀ ਨੂੰ ਇੱਕ ਗੱਲ ਆਖੀ। ਕਹਿਣ ਲੱਗੇ, ਜੇ ਤੂੰ ਆਖਦਾ ਮੈਨੂੰ ਰੱਬ ਨੇ ਦਿੱਤਾ ਕੁਝ ਨਹੀਂ, ਤੂੰ ਮਾਇਆ ਦਾ ਭੁੱਖਾ ਹੈ ਨਾ। ਹਰ ਆਦਮੀ ਦੀ ਅਸਲੀ ਡਿਮਾਂਡ ਇਹੀ ਹੁੰਦੀ ਹੈ ਵੀ ਜੇ ਮਾਇਆ ਨਾ ਹੋਵੇ, ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ। ਅਸੀਂ ਮਾਇਆ ਨੂੰ ਹੀ ਸਭ ਕੁਝ ਸਮਝੀ ਬੈਠੇ ਹਾਂ, ਪਰ ਇਹ ਨਹੀਂ ਪਤਾ ਵੀ ਮਾਇਆ ਮਿਹਨਤ ਕਰਕੇ ਸਾਨੂੰ ਮਿਲ ਸਕਦੀ ਹੈ, ਔਰ ਉਹਦੇ ਲਈ ਕੁਝ ਅਸੂਲ ਨੇ ਜੋ ਅਪਣਾਉਣੇ ਪੈਂਦੇ ਨੇ। ਕੋਈ ਕਿਰਤ ਕਰਨੀ ਪੈਂਦੀ ਹੈ, ਕੋਈ ਕਾਰੋਬਾਰ ਕਰਨਾ ਪੈਂਦਾ ਹੈ, ਕੋਈ ਨੌਕਰੀ ਚਾਕਰੀ ਵੀ ਕਰਨੀ ਪੈਂਦੀ ਹੈ, ਖੇਤੀਬਾੜੀ ਵੀ ਉਹਦਾ ਇੱਕ ਅੰਗ ਮੰਨਿਆ ਗਿਆ ਹੈ। ਅਸੀਂ ਕੋਈ ਵੀ ਕੰਮ ਕਰ ਲਈਏ ਜਿਹੜਾ ਸਾਨੂੰ ਸ਼ੂਟ ਕਰੇ, ਉਸ ਤੋਂ ਸਾਨੂੰ ਰੁਜ਼ਗਾਰ ਜਿੰਨੀ ਤੇ ਮਾਇਆ ਮਿਲ ਹੀ ਜਾਂਦੀ ਹੈ। ਇਸੇ ਲਈ ਸਿੱਖ ਧਰਮ ਦਾ ਮੁੱਢਲਾ ਅਸੂਲ ਹੀ ਕਿਰਤ ਕਰਨੀ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਕਹਿੰਦਾ ਮੈਨੂੰ ਰੱਬ ਨੇ ਦਿੱਤਾ ਕੁਝ ਨਹੀਂ। ਆ ਜਿਹੜੇ ਹੱਥ ਦਿੱਤੇ ਨੇ, ਇਹ ਕਿਸ ਨੇ ਦਿੱਤੇ ਨੇ? ਇੱਕ ਹੱਥ ਦਾ ਕੋਈ ਮੁੱਲ ਹੈ? ਕਿਸੇ ਦਾ ਹੱਥ ਕੱਟਿਆ ਜਾਵੇ ਉਦੋਂ ਪਤਾ ਲੱਗਦਾ। ਸਤਿਗੁਰੂ ਕਹਿਣ ਲੱਗੇ, ਜੇ ਤੂੰ ਕਹਿੰਦਾ ਮੈਨੂੰ ਰੱਬ ਨੇ ਕੁਛ ਦਿੱਤਾ ਨਹੀਂ, ਤੂੰ ਜਿੰਨੀ ਮਾਇਆ ਚਾਹੀਦੀ ਮਾਇਆ ਲੈ ਲੈ, ਤੈਨੂੰ $5000 5000 ਰੁਪਇਆ ਵੀ ਦੇ ਸਕਦੇ ਹਾਂ। ਇੱਕ ਹੱਥ ਦੇ ਦੇ, ਦੋਵੇਂ ਹੱਥ ਦੇ ਦੇਵੇਂ 10000 ਲੈ ਲੈ। ਜੇ ਇੱਕ ਪੈਰ ਦੇ ਦੇਵੇਂ 20000 ਮਿਲ ਸਕਦਾ, ਦੋਵੇਂ ਪੈਰ ਦੇ ਦੇਵੇਂ 40000 ਲੈ ਲਵੇਂ। ਤੇ ਜੇ ਤੂੰ ਅੱਖ ਦੇ ਦੇਵੇਂ 50000 ਮਿਲ ਸਕਦਾ, ਜੇ ਸਿਰ ਦੇ ਦੇਵੇਂ ਤੇ ਲੱਖ ਲੈ ਲਵੇਂ। ਸੋਚਣ ਲੱਗਿਆ,
ਬਈ ਹੈ ਜੇ ਮੈਂ ਕੋਈ ਵੀ ਸਰੀਰ ਦਾ ਅੰਗ ਦੇ ਦਿੱਤਾ ਤੇ ਮੇਰੀ ਤੇ ਸਾਰੀ ਹੀ ਸਰੀਰ ਦੀ ਕਿਰਿਆ ਉਹ ਇੱਕ ਕਿਸਮ ਦੀ ਡਾਵਾਂ ਡੋਲ ਹੋ ਜਾਵੇਗੀ, ਤੇ ਮੈਂ ਹੱਥ ਨਾ ਹੋਇਆ ਤੇ ਮੈਂ ਕੰਮ ਕਿਵੇਂ ਕਰਾਂਗਾ, ਜੇ ਪੈਰ ਨਾ ਹੋਇਆ ਕਿਵੇਂ ਤੁਰਾਂਗਾ। ਜਦੋਂ ਇਹ ਚੰਗੀ ਤਰ੍ਹਾਂ ਮਨ ਵਿੱਚ ਸੋਚਿਆ ਵਿਚਾਰਿਆ ਤੇ ਸਤਿਗੁਰੂ ਕਹਿਣ ਲੱਗੇ, ਭਲਿਆ ਲੋਕਾ ਤੂੰ ਕਹਿੰਦਾ ਮੈਨੂੰ ਰੱਬ ਨੇ ਦਿੱਤਾ ਕੁਝ ਨਹੀਂ, ਇਹ ਦਾਤਾਂ ਕਿਹਦੀਆਂ ਨੇ? ਵਾਹਿਗੁਰੂ ਦੀਆਂ ਨੇ ਨਾ। ਇਸ ਲਈ ਐਵੇਂ ਨਹੀਂ ਰੱਬ ਦੇ ਉੱਤੇ ਗਿਲੇ ਸ਼ਿਕਵੇ ਕਰਨੇ ਚਾਹੀਦੇ, ਕੁਛ ਆਪ ਵੀ ਹਿੰਮਤ ਕਰਿਆ ਕਰੋ। ਕਾਹੇ ਗਰਬਸ ਮੂੜੇ ਮਾਇਆ, ਸਤਿਗੁਰੂ ਉਸ ਨੂੰ ਕਹਿੰਦੇ ਨੇ, ਉਹ ਭਲਿਆ ਲੋਕਾ ਜੇ ਪਰਮੇਸ਼ਰ ਨੇ ਤੈਨੂੰ ਮਾਇਆ ਦਿੱਤੀ ਹੈ ਤੇ ਤੂੰ ਉਸ ਦਾ ਸ਼ੁਕਰ ਕਰ, ਉਸ ਮਾਇਆ ਨੂੰ ਚੰਗੇ ਪਾਸੇ ਲਾ, ਦਸਵੰਧ ਗੁਰੂ ਨੂੰ ਦੇ, ਸੇਵਾ ਕਰ, ਲੰਗਰ ਛਕਾ ਸੰਗਤਾਂ ਨੂੰ, ਤੇ ਤੂੰ ਹੰਕਾਰ ਕਿਉਂ ਕਰਦੇ? ਮਾਇਆ ਦਾ ਹੰਕਾਰ ਨਹੀਂ ਕਦੀ ਭੁੱਲ ਕੇ ਕਰਨਾ। ਪੈਤ ਸੁਤੋ ਸਗਲ ਕਾ ਲੱਤਰ ਮਾਤਾ, ਤੇਰੇ ਹੋਏ ਨਾ ਅੰਤ ਸਿਖਾਇਆ। ਰਹਾਓ ਦੂਸਰੀ ਗੱਲ ਹੈ, ਇੱਕ ਤੇ ਮਾਇਆ ਦਾ ਹੰਕਾਰ ਤੇ ਦੂਸਰਾ ਹੈ ਪਰਿਵਾਰ ਦਾ ਮੋਹ। ਇਹ ਵੀ ਸਾਨੂੰ ਕਿਸੇ ਚੰਗੇ ਪਾਸੇ ਲੱਗਣ ਤੋਂ ਰੁਕਾਵਟ ਪੈਦਾ ਕਰਦੇ। ਪਰ ਹਜ਼ੂਰ ਕਹਿੰਦੇ ਨੇ, ਵੇਖ ਪੈਤ ਸੁਤੋ, ਪਿਤਾ ਤੇ ਸੁਤੋ ਦਾ ਅਰਥ ਹੈ ਪੁੱਤਰ। ਤੇਰਾ ਪਿਤਾ ਹੈ ਜਾਂ ਤੇਰੇ ਪੁੱਤਰ ਨੇ, ਸਗਲ ਕਾਲਤਰ ਮਾਤਾ, ਕਾਲਤਰ ਇਸਤਰੀ ਨੂੰ ਕਹਿੰਦੇ ਨੇ, ਤੇ ਚਾਹੇ ਤੇਰੀ ਮਾਤਾ ਹੈ, ਇਹ ਜਿਤਨੇ ਵੀ ਤੇਰੇ ਸਾਕ ਸੰਬੰਧੀ ਨੇ, ਕੋਈ ਖਾਸ ਕਰੀਬੀ ਤੇਰੇ ਰਿਸ਼ਤੇਦਾਰ ਨੇ, ਤੇਰੇ ਹੋਏ ਨਾ ਅੰਤ ਸਿਖਾਇਆ, ਇਹ ਆਂਦੇ ਸਮੇਂ ਤੇਰੇ ਮਦਦਗਾਰ ਨਹੀਂ ਹੋਣਗੇ। ਇਹ ਗੱਲ ਆਪਣੇ ਪੱਲੇ ਬੰਨ੍ਹ ਲੈ। ਚਾਹੇ ਮਾਤਾ ਹੈ, ਚਾਹੇ ਪਿਤਾ ਹੈ, ਚਾਹੇ ਪੁੱਤਰ ਹੈ, ਚਾਹੇ ਪਤਨੀ ਹੈ, ਇਹ ਸਾਡੇ ਕਰੀਬੀ ਰਿਸ਼ਤੇਦਾਰ ਨੇ। ਪਰ ਹਜ਼ੂਰ ਕਹਿੰਦੇ ਇਹਨਾਂ ਨੇ ਆਂਦੇ ਸਮੇਂ ਤੇਰੇ ਮਦਦਗਾਰ ਨਹੀਂ ਹੋਣਾ। ਇਹ ਇੱਕ ਅਟਲ ਸਚਾਈ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਬਈ ਅੰਤ ਨੂੰ ਨਹੀਂ ਕੋਈ ਸਹਾਈ ਹੁੰਦਾ। ਜਿਉਂਦੇ ਜੀ ਤੇ ਸਾਡੇ ਨਾਲ ਹੁੰਦੇ ਨੇ, ਪਰ ਮਰਨ ਦੇ ਸਮੇਂ ਕੋਈ ਨਾਲ ਮਰਨ ਲਈ ਤਿਆਰ ਨਹੀਂ ਹੁੰਦਾ, ਨਾ ਹੀ ਪ੍ਰਲੋਕ ਵਿੱਚ ਸਾਡੇ ਨਾਲ ਕੋਈ ਜਾ ਸਕਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਜਿਹੜਾ ਆਪਣੇ ਆਪ ਨੂੰ ਧਰਮੀ ਵੀ ਸਤਾਉਂਦਾ ਹੈ ਤੇ ਦੂਜੇ ਪਾਸੇ ਮਾਇਆ ਦੇ ਹੰਕਾਰ ਦੇ ਵਿੱਚ ਫਸਿਆ ਹੋਇਆ ਤੇ ਪਰਿਵਾਰ ਦੇ ਮੋਹ ਦੇ ਵਿੱਚ ਖਚਿਤ ਹੋਇਆ ਹੋਇਆ, ਉਹਨੂੰ ਇਹ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ। ਔਰ ਇਹ ਇੱਕ ਵੱਡਾ ਜਗੀਰਦਾਰ ਵੀ ਸੀ, ਇਹਦੇ ਕੋਲੇ ਮਾਇਆ ਵੀ ਬੇਅੰਤ ਸੀ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਸ ਨੂੰ ਧਰਮ ਦੀ ਖੇਤੀ ਕਿਵੇਂ ਕਰਨੀ ਚਾਹੀਦੀ ਹੈ, ਉਹਦੇ ਲਈ ਪਾਵਨ ਪਵਿੱਤਰ ਉਪਦੇਸ਼ ਦੇ ਰਹੇ ਹਨ। ਲੋ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਤੀਜਾ। ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਆ ਪਾਓ ਸਾਰੰਗ ਪਾਣੀ। ਸ੍ਰੀ ਰਾਗ ਦਾ ਇਹ 26ਵਾਂ ਸ਼ਬਦ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ। ਇਸ ਸ਼ਬਦ ਨੂੰ ਕਰ ਤੀਜਾ, ਤੀਜੇ ਕਰ ਸੁਰਤਾਲ ਦੇ ਵਿੱਚ ਸਤਿਗੁਰੂ ਨੇ ਗਾਵੇ। ਇਹੋ ਤਨ ਧਰਤੀ ਬੀਜ ਕਰਮਾ ਕਰੋ। ਹਜ਼ੂਰ ਉਸ ਜਿਹੜਾ ਅਖੌਤੀ ਧਰਮੀ ਕਿਸੇ ਪੰਡਤ ਨੂੰ ਇਹ ਉਪਦੇਸ਼ ਦੇ ਰਹੇ ਹਨ। ਇਹੋ ਤਨ ਧਰਤੀ, ਕਹਿਣ ਲੱਗੇ ਭਾਈ ਤੂੰ ਇਸ ਸਰੀਰ ਨੂੰ ਧਰਤੀ ਬਣਾ, ਕਿਉਂਕਿ ਸਰੀਰ ਹੈ ਹੀ ਕਰਮ ਭੂਮੀ। ਇਹਦੇ ਵਿੱਚ ਕੋਈ ਚੰਗੇ ਕਰਮਾਂ ਦਾ ਬੀਜ ਵੀ ਬੀਜਣਾ ਕਰ, ਕਿਉਂਕਿ ਇਹ ਸਰੀਰ ਧਰਤੀ ਹੈ। ਇਹਦੇ ਵਿੱਚ ਚੰਗੇ ਕੰਮ ਕਰਨੇ, ਪਰਉਪਕਾਰ ਦੇ ਕੰਮ ਕਰਨੇ, ਇਹਦੇ ਵਿੱਚ ਚੰਗਾ ਬੀਜ ਵੀ ਬੀਜਣਾ ਕਰ। ਤੇ ਫਿਰ ਮਹਾਰਾਜ ਪਾਣੀ ਕਿਹੜਾ ਪਾਉਣਾ ਹੈ? ਸਲਲ ਆ ਪਾਓ ਸਾਰੰਗ ਪਾਣੀ। ਹਜ਼ੂਰ ਕਹਿੰਦੇ ਨੇ ਸਾਰੰਗ ਪਾਣੀ ਦਾ ਅਰਥ ਹੈ ਅਕਾਲ ਪੁਰਖ। ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਇਹ ਇੱਕ ਸਲਲ, ਇਹ ਬਹੁਤ ਪਵਿੱਤਰ ਜਲ ਹੈ।
ਜਿਵੇਂ ਹੋਰ ਥਾਂ ਤੇ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਨਿਰਮਲ ਉਦਕ ਗੋਬਿੰਦ ਕਾ ਨਾਮ, ਮੱਜਨ ਕਰਤ ਪੂਰਨ ਸਭ ਕਾਮ। ਵਾਹਿਗੁਰੂ ਦਾ ਨਾਮ ਪਵਿੱਤਰ ਜਲ ਹੈ। ਸਰੀਰ ਨੂੰ ਧਰਤੀ ਬਣਾ ਤੇ ਸ਼ੁਭ ਕਰਮਾਂ ਦਾ ਬੀਜ ਇਹਦੇ ਵਿੱਚ ਬੀਜਣਾ ਕਰ। ਸਲਲ ਆ ਪਾਓ ਸਾਰੰਗ ਪਾਣੀ, ਤੇ ਜਿਹੜਾ ਸਾਰੰਗ ਪਾਣੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਔਰ ਇਹਨੂੰ ਆ ਵਿਸ਼ੇਸ਼ ਕਰਕੇ ਪਾਣੀ ਵੀ ਪਾ, ਕਿਉਂਕਿ ਖੇਤੀ ਨੂੰ, ਫਸਲ ਨੂੰ ਪਾਣੀ ਦੀ ਵੀ ਲੋੜ ਹੁੰਦੀ ਆ। ਪਾਣੀ ਤੋਂ ਬਿਨਾਂ ਵੀ ਖੇਤੀ ਨਹੀਂ ਹੋ ਸਕਦੀ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਪਾਣੀ ਚੰਗੀ ਤਰ੍ਹਾਂ ਇਹਨੂੰ ਪਾਇਆ ਕਰ। ਮਨ ਕਿਰਸਾਨ ਹਰ ਹਿਰਦੈ ਜਮਾਏ ਲੈ, ਇਉ ਪਾਵਸ ਪਦ ਨਿਰਬਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਖੌਤੀ ਤੇ ਪਖੰਡੀ ਧਰਮੀ ਕਿਸੇ ਹਿੰਦੂ ਨੂੰ ਕਹਿ ਰਹੇ ਨੇ, ਮਨ ਕਿਰਸਾਨ, ਤੂੰ ਆਪਣੇ ਮਨ ਨੂੰ ਕਿਸਾਨ ਬਣਾ, ਆਪਣੇ ਮਨ ਨੂੰ ਜ਼ਿਮੀਂਦਾਰ ਬਣਾ। ਜ਼ਿਮੀਂਦਾਰ ਜਿਹੜਾ ਜ਼ਿਮੀ ਦਾ ਮਾਲਕ ਹੋਵੇ, ਧਰਤੀ ਦਾ ਮਾਲਕ ਹੋਵੇ, ਆਪਾਂ ਜੱਟ ਵੀ ਕਹਿ ਦਿੰਦੇ ਹਾਂ ਪੰਜਾਬੀ ਭਾਸ਼ਾ ਦੇ ਵਿੱਚ। ਮਨ ਕਿਰਸਾਨ, ਹਜ਼ੂਰ ਕਹਿੰਦੇ ਮਨ ਨੂੰ ਤੂੰ ਕਿਸਾਨ ਬਣਾ, ਜ਼ਿਮੀਂਦਾਰ ਬਣਾ। ਹਰ ਹਿਰਦੈ ਜਮਾਏ ਲੈ, ਤੇ ਵਾਹਿਗੁਰੂ ਦੇ ਨਾਮ ਦੀ ਖੇਤੀ ਆਪਣੇ ਹਿਰਦੇ ਵਿੱਚ ਜਮਾਏ ਲੈ ਦਾ ਅਰਥ ਹੈ ਪੈਦਾ ਕਰ। ਸਰੀਰ ਨੂੰ ਧਰਤੀ ਬਣਾ, ਸ਼ੁਭ ਕਰਮਾਂ ਦਾ ਬੀਜ, ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਜਲ ਪਾ, ਤੇ ਮਨ ਨੂੰ ਕਿਸਾਨ ਬਣਾ ਕੇ ਤੇ ਵਾਹਿਗੁਰੂ ਦੇ ਨਾਮ ਦੀ ਖੇਤੀ ਨੂੰ ਆਪਣੇ ਹਿਰਦੇ ਵਿੱਚ ਪੈਦਾ ਕਰ। ਜਿਹੜਾ ਅੰਦਰੋਂ ਨਾਮ ਪ੍ਰਗਟ ਕਰਨਾ ਹੈ, ਇਹ ਉਸ ਨਾਮ ਦੀ ਫਸਲ ਨੂੰ ਅੰਦਰੋਂ ਪੈਦਾ ਕਰਨਾ ਹੈ। ਇਉਂ ਪਾਵਸ ਪਦ ਨਿਰਬਾਣੀ ਪਾਈ, ਇਸ ਤਰ੍ਹਾਂ ਜਿਹੜਾ ਨਿਰਵਾਣ ਪਦ ਹੈ ਉਹਨੂੰ ਪ੍ਰਾਪਤ ਕਰ ਲਵੇਂਗਾ। ਨਿਰਵਾਣ ਪਦ ਵੀ ਕਿਹੜੀ ਹੈ? ਆ ਜਿਹੜੇ ਬੋਧੀ ਨੇ ਜਾਂ ਜੈਨੀ ਲੋਕ ਨੇ, ਇਹ ਵੀ ਕਹਿੰਦੇ ਵੀ ਸਾਡੇ ਮਹਾਤਮਾ ਨਿਰਵਾਣ ਪਦ ਨੂੰ ਪਹੁੰਚ ਚੁੱਕੇ ਨੇ। ਨਿਰਵਾਣ ਪਦ ਯੋਗੀਆਂ ਦੇ, ਬੋਧੀਆਂ ਦੇ ਅਨੁਸਾਰ ਇੱਕ ਐਸੀ ਅਵਸਥਾ ਹੈ, ਕਹਿੰਦੇ ਨੇ ਜਦੋਂ ਆਪਾਂ ਕਿਸੇ ਕਮਰੇ ਦੇ ਵਿੱਚ ਬੈਠੇ ਹੋਈਏ ਤੇ ਅਚਾਨਕ ਦੀਵਾ ਬੁਝ ਜਾਵੇ, ਲਾਈਟ ਚਲੀ ਜਾਵੇ, ਅੰਦਰ ਹਨੇਰਾ ਹੀ ਹਨੇਰਾ, ਤੇ ਇੱਕ ਸਨਾਟਾ ਜਿਹਾ ਛਾ ਜਾਂਦਾ ਹੈ, ਵੀ ਇਹੋ ਜਿਹੀ ਅਵਸਥਾ ਹੁੰਦੀ ਹੈ। ਪਰ ਨਹੀਂ, ਜਿਹੜੀ ਗੁਰਮਤਿ ਦੀ ਨਿਰਵਾਣ ਪਦਵੀ ਦੀ ਅਵਸਥਾ ਹੈ, ਔਰ ਉਹ ਸੁਨਸਾਨ ਦੀ ਅਵਸਥਾ ਹੀ ਨਹੀਂ, ਉਹ ਇੱਕ ਐਸੀ ਆਨੰਦਮਈ ਅਵਸਥਾ ਹੈ ਬਈ ਜਿੱਥੇ ਹਰਖ, ਸ਼ੋਕ, ਜਨਮ, ਮਰਨ, ਦੁੱਖ, ਸੁੱਖ ਕੋਈ ਵੀ ਚੀਜ਼ ਨਹੀਂ ਪਹੁੰਚ ਸਕਦੀ। ਤੇ ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ, ਉਸ ਨੂੰ ਨਿਰਵਾਣ ਪਦਵੀ ਆਖਿਆ। ਹਜ਼ੂਰ ਕਹਿੰਦੇ ਨੇ ਤੂੰ ਉਸ ਨਿਰਵਾਣ ਪਦਵੀ ਨੂੰ ਪ੍ਰਾਪਤ ਕਰ ਸਕੇਗਾ ਜੇ ਤੂੰ ਐਸੀ ਨਾਮ ਦੀ ਭਗਤੀ ਦੀ ਖੇਤੀ ਕਰੇਗਾ। ਕਾਹੇ ਗਰਵਸ ਮੂੜੇ ਮਾਇਆ, ਪਿਤ ਸੁਤੋ ਸਗਲ ਕਲਤਰ ਮਾਤਾ, ਤੇਰੇ ਹੋਏ ਨਾ ਅੰਤ ਸਖਾਇਆ। ਰਹਾਓ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮੈ ਹੋਏ ਧਿਆਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਵਿਅਕਤੀ ਨੂੰ ਮੂੜੇ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ, ਕਿਉਂਕਿ ਜਿਹੜਾ ਮਨੁੱਖ ਹੋਰ ਤੇ ਸਾਰੇ ਕੰਮ ਕਰਦਾ ਹੈ ਪਰ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦਾ, ਉਹਨੂੰ ਸਤਿਗੁਰੂ ਨੇ ਬਾਣੀ ਵਿੱਚ ਮੂਰਖ ਹੀ ਲਿਖਿਆ, ਚਾਹੇ ਕਿੰਨਾ ਪੜ੍ਹਿਆ ਲਿਖਿਆ ਵੀ ਕਿਉਂ ਨਾ ਹੋਵੇ। ਭਗਤ ਕਬੀਰ ਜੀ ਦੇ ਪਾਸ ਕੋਈ ਪੰਡਤ ਆਇਆ ਤੇ ਚਰਚਾ ਕਰਨ ਲੱਗਿਆ, ਤੇ ਭਗਤ ਜੀ ਨੇ ਉਹਨੂੰ ਆਖਿਆ, ਭਲਿਆ ਲੋਕਾ, ਤੂੰ ਧਰਮ ਗ੍ਰੰਥ ਪੜ੍ਹਦਾ ਤੇ ਵਿਚਾਰਦਾ ਤੇ ਬਹੁਤ ਹੈ, ਕਦੀ ਨਾਮ ਵੀ ਜਪਿਆ, ਕਦੀ ਸਿਮਰਨ ਵੀ ਕੀਤਾ। ਉਹ ਕਹਿੰਦਾ ਮਹਾਰਾਜ ਇਹ ਤੇ ਨਹੀਂ ਮੈਂ ਕਰ ਸਕਿਆ। ਤੇ ਭਗਤ ਜੀ ਨੇ ਉਸ ਵੇਲੇ ਆਖਿਆ ਸੀ, ਕਿਆ ਪੜ੍ਹੀਐ ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਸ ਹੋਈ। ਸਹਿਜ ਅਵਸਥਾ ਕਿਵੇਂ ਮਿਲਦੀ ਹੈ? ਨਾਮ ਦੇ ਨਾਲ। ਹਰ ਕਾ ਨਾਮ ਨਾ ਜਪਸ ਗੁਆਰਾ, ਕਿਆ ਸੋਚਿਆ ਹੈ ਬਾਰੰਬਾਰਾ। ਭਗਤ ਜੀ ਨੇ ਵੀ ਜਿਹੜਾ ਨਾਮ ਨਹੀਂ ਜਪਦਾ ਉਹਨੂੰ ਗਵਾਰ ਕਿਹਾ। ਤੇ ਸਤਿਗੁਰੂ ਨਾਨਕ ਸਾਹਿਬ ਵੀ ਸੱਚੇ ਪਾਤਸ਼ਾਹ ਕਹਿੰਦੇ ਨੇ, ਕਾਹੇ ਗਰਵਸ ਮੂੜੇ ਮਾਇਆ, ਬਈ ਤੂੰ ਵਾਹਿਗੁਰੂ ਦਾ ਨਾਮ ਤੇ ਜਪਦਾ ਨਹੀਂ, ਹੋਰ ਚਾਹੇ ਕਿੰਨੇ ਵੀ ਤੂੰ ਕੰਮ ਕਰੀ ਜਾਣਾ ਨਾ, ਤੇ ਉਹ ਸਾਰੇ ਤੇਰੇ ਅਧੂਰੇ ਨੇ। ਤੂੰ ਮਾਇਆ ਦਾ ਹੰਕਾਰ ਕਰਦਾ ਹੈ, ਮਾਇਆ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਬਾਕੀ ਪਰਿਵਾਰ ਦੇ ਮੋਹ ਦੇ ਵਿੱਚ ਫਸਿਆ ਹੋਇਆ, ਇਹਨਾਂ ਨੇ ਤੇਰੇ ਮਦਦਗਾਰ ਨਹੀਂ ਹੋਣਾ। ਹੁਣ ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਦੇ ਚਰਨਾਂ ਵਿੱਚ ਇਸਨੇ ਆਖਿਆ, ਸੱਚੇ ਪਾਤਸ਼ਾਹ ਫਿਰ ਕਿਰਪਾ ਕਰੋ,
ਤੁਸੀਂ ਮੈਨੂੰ ਧਰਮ ਦੀ ਖੇਤੀ ਕਰਨ ਦਾ ਉਪਦੇਸ਼ ਦਿੱਤਾ ਹੈ। ਤੇ ਕਈ ਵਾਰੀ ਜਦੋਂ ਫਸਲ ਬੀਜੀ ਦੀ ਹੈ ਉਹਦੇ ਵਿੱਚ ਕਬਾੜ, ਨਦੀਨ ਤੇ ਕਾਫੂਸ ਪੈਦਾ ਹੋ ਜਾਂਦਾ ਹੈ, ਤੇ ਉਹਦੇ ਬਾਰੇ ਵੀ ਦੱਸੋ ਉਹ ਕਿਹੜਾ ਹੈ, ਉਹਨੂੰ ਕਿਵੇਂ ਕੱਢਿਆ ਜਾਵੇ। ਤਾਂ ਸਤਿਗੁਰੂ ਇਹਦੇ ਬਾਰੇ ਅਗਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ। ਆ ਜਿਹੜੇ ਵਿਸ਼ੇ ਤੇ ਵਿਕਾਰ ਨੇ, ਵਿਸ਼ੇ ਨੇ ਸ਼ਬਦ, ਸਪਰਸ, ਰੂਪ, ਰਸ, ਗੰਧ, ਇਹਨਾਂ ਨੂੰ ਵਿਸ਼ੇ ਕਿਹਾ ਜਾਂਦਾ ਹੈ। ਤੇ 5 ਵਿਕਾਰ ਵੀ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਵਿਕਾਰ ਨੇ। ਸਤਿਗੁਰੂ ਕਹਿੰਦੇ ਬੜੇ ਦੁਸ਼ਟ ਨੇ ਔਰ ਇਹ ਤੇਰੀ ਧਰਮ ਦੀ ਖੇਤੀ ਵਿੱਚ ਵਿਘਨ ਪਾਉਣ ਵਾਲੇ ਨੇ। ਕਿਰਖਾ ਕਰੇ, ਤੇ ਇਹਨਾਂ ਨੂੰ ਖਿੱਚ ਕੇ ਬਾਹਰ ਕੱਢ ਦੇ। ਜਿਵੇਂ ਆਪਾਂ ਫਸਲ ਦੇ ਵਿੱਚ ਕੋਈ ਨਦੀਨ, ਕੋਈ ਹੋਰ ਘਾਹ ਕਬਾੜ ਹੁੰਦਾ ਹੈ ਨਾ, ਉਹਨੂੰ ਪੁੱਟ ਕੇ ਖਿੱਚ ਕੇ ਬਾਹਰ ਸੁੱਟ ਦਿੰਦੇ ਆ। ਇਸੇ ਤਰ੍ਹਾਂ ਜਿਹੜੇ ਵਿਸ਼ੇ ਵਿਕਾਰ ਨੇ ਬੜੇ ਦੁਸ਼ਟ ਨੇ, ਇਹਨਾਂ ਨੂੰ ਆਪਣੇ ਸਰੀਰ ਵਿੱਚੋਂ, ਆਪਣੇ ਹਿਰਦੇ ਵਿੱਚੋਂ ਖਿੱਚ ਕੇ ਬਾਹਰ ਕੱਢ ਦੇ। ਇਨ ਤਜ ਆਤਮਾ ਹੋਏ ਤੇ ਆਈ, ਤੇ ਇਹਨਾਂ ਵਿਸ਼ੇ ਵਿਕਾਰਾਂ ਦਾ ਖਿਆਲ ਛੱਡ ਕੇ ਤੇ ਅੰਤਰ ਆਤਮਾ ਭਾਵ ਆਪਣੀ ਸੁਰਤ ਨੂੰ ਅੰਤਰਮੁਖ ਕਰਕੇ ਹੋਏ ਤੇ ਆਈ, ਤੂੰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ। ਇਹਦਾ ਮਤਲਬ ਇਹ ਹੈ, ਵਿਸ਼ੇ ਵਿਕਾਰਾਂ ਨੂੰ ਛੱਡ ਕੇ, ਇਹਨਾਂ ਨੂੰ ਆਪਣੇ ਅੰਦਰੋਂ ਬਾਹਰ ਕੱਢ ਕੇ ਆਪਣੀ ਸੁਰਤ ਨੂੰ ਅੰਤਰ ਆਤਮਾ ਵਾਹਿਗੁਰੂ ਦੇ ਨਾਲ ਜੋੜ ਕੇ ਵਾਹਿਗੁਰੂ ਦਾ ਸਿਮਰਨ ਕਰ। ਜਪ ਤਪ ਸੰਜਮ ਹੋਏ ਜਬ ਰਾਖੇ, ਕਮਲ ਬਿਗਸੈ ਮਦ ਆਸਰਮਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਸਹੀ ਖੇਤੀ ਦਾ ਪ੍ਰਕਾਰ, ਢੰਗ, ਤਰੀਕਾ ਸਮਝਾਉਂਦੇ ਹਨ। ਬਈ ਜਿੱਥੇ ਤੂੰ ਧਰਮ ਦੀ ਖੇਤੀ ਕਰਨੀ ਹੈ ਉੱਥੇ ਵਿਸ਼ੇ ਵਿਕਾਰਾਂ ਨੂੰ ਵੀ ਬਾਹਰ ਕੱਢਣਾ। ਇਹਦੇ ਨਾਲ ਨਾਲ ਜਪ ਤਪ ਸੰਜਮ ਹੋਏ ਜਬ ਰਾਖੇ, ਖੇਤੀ ਦੀ ਰਖਵਾਲੀ ਵੀ ਕਰਨੀ ਪੈਂਦੀ ਹੈ। ਹਜ਼ੂਰ ਕਹਿੰਦੇ ਜਿਹੜਾ ਜਪ ਹੈ ਤੇ ਤਪ ਹੈ ਤੇ ਸੰਜਮ ਹੈ, ਇਹ ਤੇਰੇ ਰਾਖੇ ਹੋਣਗੇ। ਇਹਨਾਂ ਨੇ ਤੇਰੀ ਧਰਮ ਦੀ ਖੇਤੀ ਨੂੰ ਇਹਨਾਂ ਚੋਰਾਂ ਤੋਂ ਬਚਾਉਣਾ। ਜਪ ਕੀ ਹੈ? ਗੁਰਬਾਣੀ ਦਾ ਪਾਠ ਤੇ ਮੂਲ ਮੰਤਰ, ਗੁਰ ਮੰਤਰ ਦਾ ਉਚਾਰਨ, ਇਹਨੂੰ ਜਪ ਕਹਿੰਦੇ ਨੇ। ਤੇ ਤਪ ਕੀ ਹੈ? ਹਜ਼ੂਰ ਨੇ ਲਿਖਿਆ ਧਰਮ ਦੀ ਕਿਰਤ ਕਰਨੀ, ਇਹ ਕਲਯੁਗ ਦਾ ਤਪ ਹੈ। ਤੇ ਸਭ ਤੋਂ ਉੱਤਮ ਤਪ ਗੁਰੂ ਦੀ ਸੇਵਾ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ, ਸਤਿਗੁਰੂ ਨੇ ਲਿਖੀ ਹੈ। ਤੇ ਸੰਜਮ ਤੋਂ ਮੁਰਾਦ ਹੈ ਆਪਣੇ ਸਰੀਰ ਨੂੰ ਮਾੜੇ ਪਾਸੇ ਤੋਂ ਰੋਕਣਾ, ਇੰਦਰੀਆਂ ਦਾ ਦਮਨ ਕਰਨਾ, ਮਨ ਨੂੰ ਬੁਰੇ ਖਿਆਲਾਂ ਤੋਂ ਵਰਜਣਾ। ਇਹ ਜਿਹੜੇ ਗੁਣ ਨੇ ਨਾ, ਇਹ ਤੇਰੀ ਧਰਮ ਦੀ ਖੇਤੀ ਦੇ ਰਖਵਾਲੇ ਨੇ। ਇਹ ਜਦੋਂ ਰਖਵਾਲੇ ਹੋ ਗਏ ਨਾ, ਤੇ ਤੇਰੇ ਧਰਮ ਦੀ ਖੇਤੀ ਬੜੀ ਵਧੀਆ ਪ੍ਰਫੁੱਲਤ ਹੋਵੇਗੀ। ਕਮਲ ਬਿਕਸੈ, ਫਿਰ ਤੇਰਾ ਹਿਰਦਾ ਰੂਪੀ ਕਮਲ ਵੀ ਖਿੜ ਪਵੇਗਾ। ਮਦ ਆਸਰਮਾਈ, ਤੇ ਮਦ ਦਾ ਅਰਥ ਹੈ ਅੰਮ੍ਰਿਤ ਰਸ। ਆ ਸਰਮਾਈ ਦਾ ਅਰਥ ਹੈ ਆ ਵਿਸ਼ੇਸ਼ ਕਰਕੇ, ਸਰਮਾਈ ਦਾ ਅਰਥ ਉਹ ਵੀ ਵਿੱਚੋਂ ਚੋਣ ਲੱਗ ਪਵੇਗਾ। ਇਹਦਾ ਮਤਲਬ ਇਹ ਹੈ ਵੀ ਜਦੋਂ ਤੂੰ ਧਰਮ ਦੀ ਖੇਤੀ ਕਰੇਗਾ ਔਰ ਉਹਦੇ ਨਾਲ ਨਾਲ ਵਿਸ਼ੇ ਵਿਕਾਰਾਂ ਨੂੰ ਸਰੀਰ ਵਿੱਚੋਂ ਬਾਹਰ ਕੱਢ ਕੇ ਵਾਹਿਗੁਰੂ ਦਾ ਸਿਮਰਨ ਕਰੇਗਾ, ਜਾਪ ਤਪ ਸੰਜਮ ਇਹ ਸਾਧਨ ਤੇਰੇ ਰਖਵਾਲੇ ਹੋਣਗੇ, ਤੇ ਫਿਰ ਤੇਰਾ ਹਿਰਦਾ ਰੂਪੀ ਕਮਲ ਐਸਾ ਖਿੜੇਗਾ, ਕਦੇ ਮੁਰਝਾਏਗਾ ਨਹੀਂ। ਉਹਦੇ ਵਿੱਚੋਂ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰਸ ਵੀ ਚੋਣ ਲੱਗ ਪਵੇਗਾ। ਇਹ ਐਸੀ ਤੈਨੂੰ ਮਹਾਨ ਉੱਚੀ ਅਵਸਥਾ ਪ੍ਰਾਪਤ ਹੋ ਜਾਵੇਗੀ। 20 ਸਪਤਾਹਰੋ ਵਾਸਰੋ ਸੰਗ੍ਰਹ, 3 ਖੋੜਾ ਨਿਤ ਕਾਲ ਸਾਰ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੂੰ ਜਿਹੜੇ 27 ਦਿਨ ਨੇ ਚੰਦਰਾਇਣੀ ਮਹੀਨੇ ਦੇ, ਉਹਨਾਂ ਵਿੱਚ ਹੋਰ ਪੁੰਨ ਦਾਨ ਤੇ ਕਰਦਾ ਜੋ ਤੁਹਾਡੇ ਹਿੰਦੂ ਧਰਮ ਦੇ ਗ੍ਰੰਥਾਂ ਨੇ ਦੱਸਿਆ ਹੈ। ਪਰ ਹਜ਼ੂਰ ਕਹਿੰਦੇ ਨੇ ਇਹ 27 ਦਿਨਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਜਿਹੜੀ ਇਹ ਵਿਭੂਤੀ ਹੈ, ਨਾਮ ਦੀ ਦੌਲਤ ਹੈ, ਇਹਨੂੰ ਵੀ ਇਕੱਤਰ ਕਰਿਆ ਕਰ। 3 ਖੋੜਾ ਨਿਤ ਕਾਲ ਸਾਰ, ਤੇ ਤੂੰ 3 ਪ੍ਰਕਾਰ ਦੀ ਸੰਧਿਆ ਵੀ ਕਰਦਾ। ਪਰ ਇਹਦੇ ਨਾਲ ਨਾਲ ਜਿਹੜੀਆਂ 3 ਅਵਸਥਾ ਨੇ, ਬਾਲ, ਜਵਾਨੀ ਤੇ ਬਿਰਧ ਅਵਸਥਾ, ਇਹਨਾਂ ਤਿੰਨੇ ਹੀ ਅਵਸਥਾ ਦੇ ਅੰਦਰ ਨਿਤ ਕਾਲ ਸਾਰ ਤੂੰ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਤੇ ਨਿਤ ਕਾਲ ਸਾਰ
ਤੇ ਹਮੇਸ਼ਾ ਲਈ ਕਾਲ ਨੂੰ ਵੀ ਚੇਤੇ ਰੱਖਿਆ ਕਰ, ਮੌਤ ਨੂੰ ਵੀ ਯਾਦ ਕਰਿਆ ਕਰ। ਨਾਲੇ ਵਾਹਿਗੁਰੂ ਦਾ ਸਿਮਰਨ ਕਰ, ਨਾਲੇ ਮੌਤ ਨੂੰ ਵੀ ਯਾਦ ਕਰਿਆ ਕਰ। 10:18 ਮੈਂ ਅਪਰੰਪਰੋ ਚੀਨੈ ਕਹਿ ਨਾਨਕ ਇਵ ਏਕ ਤਾਰੈ। ਹਜ਼ੂਰ ਕਹਿੰਦੇ ਨੇ ਜਿਹੜੇ 10 4 ਵੇਦ ਤੇ 6 ਸ਼ਾਸਤਰ ਨੇ ਤੇ 18 ਪੁਰਾਣ ਨੇ, ਇਹਨਾਂ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਮਹਿਮਾ ਲਿਖੀ ਹੋਈ ਹੈ। ਤੂੰ ਉਸ ਨਾਮ ਦੀ ਮਹਿਮਾ ਨੂੰ ਪਛਾਣ। ਕਹਿ ਨਾਨਕ ਇਵ ਏਕ ਤਾਰੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਤਰ੍ਹਾਂ ਜਦੋਂ ਇੱਕ ਵਾਹਿਗੁਰੂ ਤੇ ਨਿਸ਼ਚਾ ਭਰੋਸਾ ਧਾਰਨ ਕਰੇਗਾ, ਉਹ ਵਾਹਿਗੁਰੂ ਤੈਨੂੰ ਤਾਰ ਦੇਵੇਗਾ। ਇਹਨਾਂ ਸ਼ਬਦਾਂ ਦੁਆਰਾ ਗੁਰੂ ਮਹਾਰਾਜ ਨੇ ਕਿਸੇ ਸਰਮਾਏਦਾਰ ਤੇ ਕਿਸੇ ਹੰਕਾਰੀ ਤੇ ਜਿਹੜਾ ਆਪਣੇ ਆਪ ਨੂੰ ਧਰਮੀ ਵੀ ਸਦਵਾਉਂਦਾ ਸੀ, ਹਿੰਦੂ ਮਤ ਦੇ ਧਰਮ ਦੇ ਅਸੂਲਾਂ ਦੀ ਪਾਲਣਾ ਵੀ ਕਰਦਾ ਸੀ, ਉਹਨੂੰ ਨਾਮ ਦੇ ਨਾਲ ਜੋੜਨ ਦਾ ਸਤਿਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਇਹ ਜਿਹੜੀਆਂ ਅਖੀਰਲੀਆਂ ਪੰਕਤੀਆਂ ਨੇ 20 ਸਪਤਾ ਹਰੋ, ਇਹਦੇ ਬਾਰੇ ਕੁਝ ਵਿਦਵਾਨਾਂ ਨੇ ਹੋਰ ਢੰਗ ਦੇ ਨਾਲ ਵੀ ਅਰਥ ਕੀਤੇ ਨੇ। 20 ਸਪਤਾ ਹਰੋ, 20 ਤੇ 7 27 ਹੋਰ ਕਿਹੜੀਆਂ ਚੀਜ਼ਾਂ ਨੇ, ਇਹਦੇ ਬਾਰੇ ਕੁਝ ਵਿਦਵਾਨਾਂ ਨੇ ਵਿਚਾਰ ਕੀਤੀ ਹੈ ਵੀ 5 ਸਥੂਲ ਤੱਤ, 5 ਸੂਖਮ ਤੱਤ, 5 ਗਿਆਨ ਇੰਦਰੀਏ, 5 ਕਰਮ ਇੰਦਰੀਏ ਤੇ 5 ਪ੍ਰਾਣ, ਮਨ ਤੇ ਬੁੱਧ, ਇਹ 27 ਹੋ ਗਏ ਨੇ। ਬਾਸਰੋ ਇਹ ਵਸਦੇ ਕਿੱਥੇ ਨੇ? 20 ਸਪਤਾ ਹਰੋ ਬਾਸਰੋ ਸੰਗ੍ਰਹਿ ਹੈ। ਇਹ ਜਿਹੜੇ 27 ਚੀਜ਼ਾਂ ਨੇ ਇਹ ਸਾਡੇ ਸਰੀਰ ਵਿੱਚ ਵਸਦੀਆਂ ਨੇ ਤੇ ਨਾਲ ਹੀ ਸੰਗ੍ਰਹਿ ਹੈ, ਔਰ ਸਾਡਾ ਸਰੀਰ ਇਹਨਾਂ 27 ਚੀਜ਼ਾਂ ਦੇ ਸੰਗ੍ਰਹਿ ਤੋਂ ਬਣਿਆ ਹੈ। 3 ਖੋੜਾ ਨਿਤਕਾਲ ਸਰ ਹੈ। 3 ਸਾਡੇ ਸਰੀਰ ਦੀਆਂ ਅਵਸਥਾ ਨੇ, ਜਿਵੇਂ ਪਹਿਲਾਂ ਸੁਣਿਆ ਬਾਲ, ਜਵਾਨੀ ਔਰ ਬਿਰਧ ਫੋਨ, 3 ਅਵਸਥਾ ਜਾਣ। ਨਿਤਕਾਲ ਸਰ ਹੈ ਵੀ ਇਹਦੇ ਵਿੱਚ ਤਿੰਨੇ ਹੀ ਅਵਸਥਾ ਦੇ ਅੰਦਰ ਹਮੇਸ਼ਾ ਕਾਲ ਸਾਨੂੰ ਸਾੜਦਾ ਰਹਿੰਦਾ। ਕਈ ਵਾਰੀ ਬਾਲ ਅਵਸਥਾ ਵਿੱਚ ਵੀ ਮੌਤ ਆ ਜਾਂਦੀ ਹੈ ਤੇ ਕਈ ਵਾਰੀ ਜਵਾਨੀ ਵਿੱਚ ਤੇ ਕਈ ਵਾਰੀ ਬੁੱਢੇ ਹੋ ਕੇ ਤਾਂ ਸਾਰੇ ਮਰਦੇ ਨੇ। ਹਜ਼ੂਰ ਕਹਿੰਦੇ ਨੇ ਹਮੇਸ਼ਾ ਜਿਹੜੀ ਕਾਲ ਦੀ ਅੱਗ ਸਾਨੂੰ ਸਾੜਦੀ ਹੈ।